Like the video, subscribe to the channel and press the bell icon for latest video updates. ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀਗੀ ਹਾਂਜੀ ਜੋ ਤੁਸੀਂ ਕਹਿੰਦੇ ਹੈਗੇ ਆ ਕਿ this life is the unity of two opposite and contradictory forces। ਬਿਲਕੁਲ ਠੀਕ ਹੈ। ਪਹਿਲੀ ਵਾਰ ਜਦੋਂ ਅਸੀਂ ਨੂੰ ਪੜ੍ਹਦੇ ਆ ਤਾਂ ਧਿਆਨ ਨਹੀਂ ਦਿੰਦੇ, ਹਾਂਜੀ ਹਾਂਜੀ ਲੇਕਿਨ ਮੈਂ ਇੱਕ ਵਾਰੀ ਇਸ ਦੇ ਉੱਪਰ ਬਹੁਤ ਦੇਰ ਪਹਿਲਾਂ ਥੋੜਾ ਜਿਹਾ ਹੋਸ਼ਮਈ ਹੋਇਆ ਤੇ ਮੈਂ ਦੇਖਿਆ ਯਾਰ ਇਟ ਇਜ਼ ਵੈਰੀ ਕੰਟਰਾਡਿਕਟਰੀ ਸਟੇਟਮੈਂਟ। ਜਿਹੜੇ ਦੋ ਵਿਰੋਧੀ ਫੋਰਸਿਸ ਨੇ ਉਹ ਸਾਨੂੰ ਇਹ ਦੱਸਿਆ ਜਾ ਰਿਹਾ ਕਿ ਦਿਸ ਲਾਈਫ ਇਜ਼ ਅ ਯੂਨਿਟੀ ਆਫ ਟੂ ਆਪੋਜ਼ਿਟ ਫੋਰਸਿਸ। ਉਹ ਟੂ ਆਪੋਜ਼ਿਟ ਫੋਰਸਿਸ ਇਕੱਠੀਆਂ ਕਿੱਦਾਂ ਹੋ ਸਕਦੀਆਂ? ਬਿਲਕੁਲ ਠੀਕ। ਐਂਡ ਲਾਈਫ ਇੱਥੇ ਖੜੀ ਆ, ਏਡੀ ਵੱਡੀ ਮਿਸਟਰੀ, ਏਡਾ ਵੱਡਾ ਪੈਰਾਡੌਕਸ। ਦਰਸ਼ਕੋ, ਪਿਛਲੇ ਪ੍ਰੋਗਰਾਮ ਵਿੱਚ ਡਾਕਟਰ ਜਸਵੀਰ ਸਿੰਘ ਦਸਾਂਝ ਜੀ ਨਾਲ ਅਸੀਂ ਅਧਿਆਤਮ ਬਾਰੇ ਗੱਲਬਾਤ ਕੀਤੀ ਸੀ। ਅੱਜ ਅਸੀਂ ਡਿਟੇਲ ਵਿੱਚ ਮਾਇਆ, ਖਾਸ ਤੌਰ 'ਤੇ ਇਹਦੇ ਜਿਹੜੇ 3 ਗੁਣ ਆ, ਰਜੋ, ਸਤੋ, ਤਮੋ, ਇਹ ਕੀ ਹੈਗਾ, ਸਾਰੀ ਦੁਨੀਆ ਇਹਦੇ ਵਿੱਚ ਕਿਵੇਂ ਫਸੀ ਹੋਈ ਹੈਗੀ ਮਾਇਆ ਵਿੱਚ, ਉਹਦੇ ਬਾਰੇ ਗੱਲਬਾਤ ਕਰਾਂਗੇ। ਗੁਰੂ ਨਾਨਕ ਮਿਸ਼ਨ ਹੌਸਪੀਟਲ ਜਲੰਧਰ, ਇਹ ਜਿਹੜਾ ਚੌਕ ਹੈਗਾ ਉਹਦੇ ਬਿਲਕੁਲ ਨਾਲ ਇਹਨਾਂ ਦਾ ਕਲੀਨਿਕ ਹੈਗਾ। ਡਾਕਟਰ ਜਸਵੀਰ ਸਿੰਘ ਦਸਾਂਝ ਬੜੇ ਰਨਾਊਂਡ ਸਕਿਨ ਸਪੈਸ਼ਲਿਸਟ ਹੈਗੇ ਆ। ਨਾਲ ਅਧਿਆਤਮ ਬਾਰੇ ਵੀ ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ। ਡਾਕਟਰ ਸਾਹਿਬ, ਸਾਡੇ ਪ੍ਰੋਗਰਾਮ ਵਿੱਚ ਸਵਾਗਤ ਹੈਗਾ। ਸਭ ਤੋਂ ਪਹਿਲਾਂ ਡਾਕਟਰ ਸਾਹਿਬ, ਮਾਇਆ ਅਸੀਂ ਸਾਰੇ ਲੋਕੀ ਸੁਣਿਆ ਹੈਗਾ, ਇਹਦਾ ਕੀ ਰੂਪ ਹੈ, ਕਿਵੇਂ ਲੋਕਾਂ ਨੂੰ ਇਹਨੇ ਜਕੜਿਆ ਹੈਗਾ, ਸਾਡੇ ਦਰਸ਼ਕਾਂ ਨੂੰ ਇਹਦੇ ਬਾਰੇ ਜਾਣਕਾਰੀ ਦਿਓ। मेरे आत्मंचियों, आप सबके भीतर स्वय प्रकाशमान ज्योत को मेरा प्रणाम। ਥੈਂਕ ਯੂ। ਪਰ ਸਾਹਿਬ, ਪਿਛਲੇ ਐਪੀਸੋਡ 'ਚ ਆਪਾਂ ਤ੍ਰੈ ਗੁਣਮਈ ਮਾਇਆ ਦੇ ਉੱਪਰ ਗੱਲ ਕੀਤੀ ਸੀਗੀ ਜੀ। ਅੱਜ ਦੇ ਐਪੀਸੋਡ ਦੀ ਅਸੀਂ ਸ਼ੁਰੂਆਤ ਉਸੇ ਲੜੀ ਦੀ ਕੰਟੀਨਿਊਸ਼ਨ ਤੋਂ ਕਰਦੇ ਹਾਂ। ਜੀ ਪਹਿਲੀ ਗੱਲ ਕਿ ਮਾਇਆ ਹੈ ਕੀ? ਹਾਂਜੀ ਦੋ ਚੀਜ਼ਾਂ, ਦੋ ਫੇਸਿਸ, ਹਾਂਜੀ ਜਾਂ ਕਹਿ ਲਈਏ ਕਿ ਦੋ ਫਾਰਮਸ। ਠੀਕ। ਇੱਕ ਨੂੰ ਅਸੀਂ ਸੱਚ ਕਹਿੰਦੇ ਆ, ਹਾਂਜੀ ਟਰੁਥ, ਹਾਂਜੀ ਸੱਤਿਆ, ਹਾਂਜੀ ਜਿਹੜਾ ਕਿ ਇਨਵਿਜ਼ੀਬਲ ਆ। ਹਾਂਜੀ ਦੂਸਰਾ ਹੈ ਅਸਤ। ਹਾਂਜੀ ਅਸਤ ਵੀ ਇਨਵਿਜ਼ੀਬਲ ਹੈ। ਬਿਲਕੁਲ ਠੀਕ ਹੈ। ਦੋਵੇਂ ਨਹੀਂ ਦਿਖਾਈ ਦਿੰਦੇ। ਹਾਂਜੀ ਬਿਲਕੁਲ ਠੀਕ ਹੈ। ਇੱਕ ਤੀਸਰਾ ਫੇਜ਼ ਇਨ ਬਿਟਵੀਨ ਦਿਸ ਸੱਤਿਆ ਐਂਡ ਸੱਤਿਆ, ਇਹਨਾਂ ਦੋਵਾਂ ਦੇ ਵਿਚਕਾਰ ਇੱਕ ਤੀਸਰਾ ਫੇਜ਼ ਹੈ, ਉਹਨੂੰ ਅਸੀਂ ਕਹਿੰਦੇ ਮਾਇਆ। ਉਹ ਅੱਛਾ, ਸੱਤ ਤੇ ਅਸਤ ਦੇ ਵਿਚਾਲੇ ਮਾਇਆ। ਮਾਇਆ। ਵਾਹ ਵਾਹ। ਹੁਣ ਭਾਰਤੀ ਦਰਸ਼ਨ ਦੇ ਜਿਤਨੇ ਵੀ ਮਨੀਸ਼ੀ ਨੇ, ਬੁੱਧ ਪੁਰਸ਼ ਨੇ, ਹਾਂਜੀ ਖਾਸ ਤੌਰ ਦੇ ਉੱਪਰ ਜੇ ਆਪਾਂ ਲੈ ਲਈਏ ਤੇ ਆਪਣੇ ਕਿਹੜੇ ਸੀਗੇ ਉਹ ਬੁੱਧ ਪੁਰਸ਼ ਸਾਊਥ ਦੇ ਆਦਿ ਸ਼ੰਕਰਾਚਾਰਿਆ। ਆਦਿ ਸ਼ੰਕਰ, ਠੀਕ ਠੀਕ। ਉਹਨਾਂ ਨੇ ਤਾਂ ਬਿਲਕੁਲ ਹੀ ਕਿਹਾ ਕਿ ਵੀ ਇਹ ਸੰਸਾਰ ਮਾਇਆ ਹੈ। ਬਾਕੀ ਸਾਰੇ ਬੁੱਧ ਪੁਰਸ਼ ਹੀ ਆਖਦੇ ਨੇ ਕਿ ਸੰਸਾਰ ਸੁਪਨਾ ਹੈ, ਸੰਸਾਰ ਮਾਇਆ ਹੈ। ਹਾਂਜੀ। ਭਾਵ ਕਿ ਜੋ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਸ ਜੀਵਨ ਦੇ ਵਿੱਚ, ਸਭ ਮਾਇਆ, ਇਹ ਨਹੀਂ ਹੈ। ਸੱਤ ਵੀ ਦਿਖਾਈ ਨਹੀਂ ਦਿੰਦਾ, ਸੱਤ ਵੀ ਦਿਖਾਈ ਨਹੀਂ ਦਿੰਦਾ। ਜੋ ਦਿਖਾਈ ਦੇ ਰਿਹਾ ਇਹ ਇਲੂਜ਼ਨ ਹੈ, ਇਹ ਨਹੀਂ ਹੈ। ਬਿਲਕੁਲ ਠੀਕ। ਇਹ ਸੁਪਨੇ ਤੋਂ ਵੱਧ ਨਹੀਂ ਹੈ। ਹਾਂਜੀ। ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ। ਹਾਂਜੀ। ਇਹ ਤਾਂ ਬੜੀ ਕੰਟਰੋਵਰਸੀ ਦਾ ਮਸਲਾ ਬਣ ਗਿਆ ਕਿ ਵੀ ਜੋ ਅਸੀਂ ਐਡੀ ਸੋਹਣੀ ਲਾਈਫ ਬਤੀਤ ਕਰ ਰਹੇ ਹਾਂ, ਮਕਾਨ, ਗੱਡੀਆਂ, ਸਮਾਜ ਡਿਵੈਲਪ ਕਰ ਰਿਹਾ, ਤੇ ਬੁੱਧ ਪੁਰਸ਼ ਕਹਿੰਦੇ ਨੇ ਕਿ ਇਹ ਹੈ ਹੀ ਨਹੀਂ ਗਾ। ਇਸ ਨੂੰ ਕਿਉਂ ਮਾਇਆ ਕਿਹਾ ਗਿਆ? ਹਾਂਜੀ। ਇਸ ਨੂੰ ਕਿਉਂ ਸੁਪਨਾ ਕਿਹਾ ਗਿਆ? ਉਹਦੀ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ। ਜੀ ਜੀ। ਪਿਛਲੇ ਐਪੀਸੋਡ 'ਚ ਆਪਾਂ ਬੇਹੋਸ਼ੀ ਐਂਡ ਹੋਸ਼ ਦੇ ਉੱਪਰ ਕਾਫੀ ਡਿਸਕਸ਼ਨ ਕੀਤੀ ਸੀ। ਜੀ ਜੀ। ਬੇਸਿਕ ਥਿੰਗ ਅੱਜ ਵੀ ਸਾਡੀ ਜਿਹੜੀ ਫੈਸਲਾ ਕਰੇਗੀ ਉਹ ਬੇਹੋਸ਼ੀ ਐਂਡ ਹੋਸ਼ ਹੀ ਹੈ। ਜੀ ਜੀ।
ਤੁਸੀਂ ਹੁਣ ਇੱਕ ਚੀਜ਼ ਨੋਟ ਕਰਕੇ ਦੇਖੋ ਹਾਂਜੀ ਕਿ ਰਾਤ ਨੂੰ ਅਸੀਂ ਸੁੱਤੇ ਪਏ ਹਾਂ, ਹਾਂਜੀ ਸੁਪਨਾ ਆ ਰਿਹਾ, ਹਾਂਜੀ ਸੁਪਨਾ ਐਵੇਂ ਲੱਗ ਰਿਹਾ ਕਿ ਰੀਅਲ ਲਾਈਫ ਹੈ। ਹਾਂਜੀ ਲੱਗ ਰਿਹਾ ਕਿ ਨਹੀਂ ਲੱਗ ਰਿਹਾ? ਬਿਲਕੁਲ ਠੀਕ। ਜੋ ਵੀ ਤੁਸੀਂ ਸੁਪਨੇ ਦੇਖ ਰਹੇ ਹੋ ਇਸ ਤਰ੍ਹਾਂ ਭਾਸ ਰਿਹਾ ਹੁੰਦਾ ਕਿ ਇਹ ਹੀ ਲਾਈਫ ਆ। ਹਾਂਜੀ ਹਾਂਜੀ ਉਸ ਸੁਪਨੇ ਦੇ ਵਿੱਚ ਤੁਸੀਂ ਕਈ ਵਾਰੀ ਇੰਜੋਏ ਵੀ ਕਰ ਰਹੇ ਹੁੰਦੇ ਆ, ਕਈ ਵਾਰੀ ਪਰੇਸ਼ਾਨ ਵੀ ਹੁੰਨੇ ਆ। ਕਈ ਵਾਰੀ ਤੁਸੀਂ ਪਰੇਸ਼ਾਨ ਵੀ ਹੁੰਦੇ ਆ। ਹਾਂਜੀ ਮੰਨ ਲਓ ਕਿ ਸੁਪਨੇ ਦੇ ਵਿੱਚ ਤੁਹਾਡਾ ਕੋਈ ਕਤਲ ਕਰਨ ਆ ਰਿਹਾ, ਹਾਂ ਉਹ ਛੁਰਾ ਲੈ ਕੇ ਤੁਹਾਡੀ ਛਾਤੀ ਦੇ ਉੱਪਰ ਖੜਾ, ਹਾਂਜੀ ਤੇ ਤੁਸੀਂ ਸੁਪਨੇ ਦੇ ਵਿੱਚ ਕੁਰਲਾ ਰਹੇ ਹੋ, ਮੈਨੂੰ ਬਚਾਓ ਓਏ ਬਚਾਓ ਓਏ, ਕਰਾਈ ਕਰ ਰਹੇ ਹੋ, ਚੀਕ ਰਹੇ ਹੋ, ਰੋ ਰਹੇ ਹੋ, ਹਾਂਜੀ ਪਾਸੇ ਮਾਰ ਰਹੇ ਹੋ ਕਿ ਮੈਨੂੰ ਕਿਸ ਤਰੀਕੇ ਨਾਲ ਮੇਰੀ ਜਾਹ ਖੁੱਲ ਜਾਏ, ਮੈਂ ਇਸ ਡਰ ਤੋਂ ਮੁਕਤੀ ਪਾ ਲਵਾਂ। ਹਾਂਜੀ ਕੋਈ ਆ ਕੇ ਤੁਹਾਨੂੰ ਫਿਰ ਜਗਾ ਦਿੰਦਾ ਜਾਂ ਤੁਸੀਂ ਖੁਦ ਜਾਗ ਪੈਂਦੇ ਹੋ, ਹਾਂਜੀ ਹਾਂਜੀ ਸੁਪਨਾ ਟੁੱਟ ਜਾਂਦਾ, ਲੇਕਿਨ ਤੁਹਾਡੇ ਮੱਥੇ ਤੇ ਡਰ ਦਾ ਪਸੀਨਾ ਅਜੇ ਵੀ ਹੁੰਦਾ। ਜਿਹੜਾ ਸੁਪਨੇ ਤੁਸੀਂ ਡਰ ਝੇਲਿਆ ਸੀ ਉਹ ਅਜੇ ਵੀ ਤੁਹਾਨੂੰ ਡਰਾ ਰਿਹਾ। ਜਿਹੜੇ ਸੁਪਨੇ ਤੁਹਾਡੀ ਸਵਾਸ ਤੇਜ਼ ਹੋਈ ਸੀ ਉਹ ਸਵਾਸ ਅਜੇ ਵੀ ਤੇਜ਼ ਹੈ। ਹਾਂਜੀ ਹਾਂਜੀ ਸੋ ਜੋ ਕੁਝ ਤੁਸੀਂ ਝੇਲਿਆ ਉਹ ਤਾਂ ਸੱਚ ਹੈ, ਲੇਕਿਨ ਜੋ ਕੁਝ ਸੁਪਨੇ ਵਿੱਚ ਹੋ ਰਿਹਾ ਸੀ ਉਹ ਝੂਠ ਹੈ। ਉਹ ਛੋਟਾ ਹਾਂ ਵਾਹ ਵਾਹ ਹਾਂ ਹੋ ਗਿਆ ਨਾ ਫੈਸਲਾ। ਹਾਂਜੀ ਹਾਂਜੀ ਸਿਮਿਲਰਲੀ ਕਦੇ ਸੁਪਨੇ ਵਿੱਚ ਕੁਝ ਤੁਸੀਂ ਰੋਮਾਂਟਿਕ ਹੋ ਗਏ, ਸੁੱਖ ਦੇ ਪਲ ਆਏ, ਜੀ ਜੀ ਕਿਸੇ ਨਾਲ ਪਿਆਰ ਕਰ ਰਹੇ ਹੋ, ਹਾਂਜੀ, ਤੋ ਉਹਦੇ ਵਿੱਚ ਤੁਸੀਂ ਉਹ ਵੀ ਭੋਗ ਰਹੇ ਹੋ। ਠੀਕ ਠੀਕ ਮੈਂ ਦੂਰ ਨਹੀਂ ਜਾਵਾਂਗਾ, ਬਹੁਤ ਵੱਡਾ ਸਵਾਲ ਹੈ ਇਹ ਕਿ ਸੁਪਨਾ ਤਾਂ ਸੁਪਨਾ ਹੈ, ਮਾਇਆ ਹੈ, ਸੁਪਨਾ ਤਾਂ ਝੂਠ ਹੈ, ਹਾਂਜੀ ਲੇਕਿਨ ਮਨੁੱਖ ਦਾ ਡਿਸਚਾਰਜ ਹੋ ਜਾਂਦਾ। ਬਿਲਕੁਲ ਠੀਕ ਹੈ। ਇਹ ਜੋ ਕੁਝ ਵੀ ਤੁਸੀਂ ਸੁਪਨੇ ਦੇ ਵਿੱਚੋਂ ਨਿਕਲਿਆ ਹਾਂਜੀ ਉਹ ਤਾਂ ਤੁਸੀਂ ਭੋਗ ਰਹੇ ਹੋ ਨਾ, ਚਾਹੇ ਦੁੱਖ ਹੈ ਚਾਹੇ ਸੁੱਖ ਹੈ, ਉਹਦਾ ਭੋਗ ਕੀਤਾ ਜਾ ਰਿਹਾ ਉਹ ਸੱਚਾਈ ਹੈ, ਸੁਪਨਾ ਝੂਠਾ ਹੈ। ਬਿਲਕੁਲ ਠੀਕ ਹੈ। ਇਸ ਇਹੋ ਹੀ ਲਈ ਪ੍ਰਿੰਸੀਪਲ ਜ਼ਿੰਦਗੀ ਤੇ ਲੱਗਦਾ ਹੈ। ਜ਼ਿੰਦਗੀ ਜੋ ਕੁਝ ਤੁਸੀਂ ਦੇਖ ਰਹੇ ਹੋ ਹੈ ਹੀ ਨਹੀਂ, ਪਰ ਜੋ ਦੁੱਖ ਝੇਲ ਰਹੇ ਹੋ, ਹਾਂਜੀ ਜੋ ਐਂਗਿਸ਼ ਤੋਂ ਤੁਸੀਂ ਸਫਰ ਕਰ ਰਹੇ ਹੋ, ਜਿਹਨੂੰ ਭਗਵਾਨ ਬੁੱਧ ਇੱਕ ਨੁਕਤੇ ਵਿੱਚ ਹੀ ਕਹਿਤਾ ਕਿ ਦੁਨੀਆ ਦਾ, ਸੰਸਾਰ ਦਾ ਅਰਥ ਹੀ ਦੁੱਖ ਹੈ। ਕਿਉਂ ਅਰਥ ਦੁੱਖ ਹੈ? ਕਿ ਤੁਸੀਂ ਇਹਨੂੰ ਝੇਲ ਰਹੇ ਹੋ। ਹਾਂਜੀ ਹਾਂਜੀ ਇਹ ਸੱਚਾਈ ਹੈ। ਦੁੱਖ ਦਾ ਝੇਲਣਾ ਸੱਚਾਈ ਹੈ, ਲੇਕਿਨ ਜੀਵਨ ਨਹੀਂ ਹੈ, ਹਾਂਜੀ ਹਾਂਜੀ ਉਹ ਮਾਇਆ ਹੈ। ਬਿਲਕੁਲ ਅੱਛਾ, ਦੂਜੀ ਗੱਲਬਾਤ, ਜਦੋਂ ਕੋਈ ਤੁਹਾਨੂੰ ਜਗਾ ਦਿੰਦਾ ਹਾਂਜੀ ਤਾਂ ਕਿੰਨੀ ਰਾਹਤ ਮਹਿਸੂਸ ਕਰਦੇ ਹੋ ਕਿ ਲੈ ਵੀ ਬਚ ਗਏ ਬਈ। ਹਾਂਜੀ ਉਹਦਾ ਜਗਾਉਣਾ ਆ, ਉਸ ਨੂੰ ਹੀ ਭਾਰਤੀ ਦਰਸ਼ਨ ਨੇ ਕੌਨਸ਼ੀਅਸਨੈਸ ਕਿਹਾ। ਕੌਨਸ਼ੀਅਸਨੈਸ ਜਾਂ ਪੰਜਾਬੀ ਵਿੱਚ ਹਿੰਦੀ ਹੋਸ਼। ਵਿੱਚ ਚੇਤਨਾ ਕਹੀਏ, ਹੋਸ਼। ਹੋਸ਼, ਠੀਕ ਠੀਕ ਮੈਂ ਤੁਹਾਨੂੰ ਇਹਦੇ ਬਾਰੇ ਵੀ ਅੱਗੇ ਜਾ ਕੇ ਸਮਝਾਵਾਂਗਾ। ਠੀਕ ਠੀਕ ਹੋਸ਼, ਬੇਹੋਸ਼ ਸੀਗੇ ਤਾਂ ਅਸੀਂ ਸੁੱਤੇ ਪਏ ਸੀ ਤਾਂ ਸੁਪਨਾ ਦੇਖ ਰਹੇ ਸੀ ਜਿਹੜਾ ਕਿ ਹੈ ਨਹੀਂ ਸੀ। ਸਮਝੇ ਸਮਝੇ। ਹੁਣ ਹੋਸ਼ ਆ ਗਿਆ, ਸੁਪਨਾ ਟੁੱਟ ਗਿਆ, ਪਤਾ ਚੱਲਿਆ ਕਿ ਸੁਪਨਾ ਤਾਂ ਝੂਠਾ ਸੀਗਾ, ਤੂੰ ਕਿਵੇਂ ਡਰੀ ਜਾਂਦਾ। ਲੇਕਿਨ ਜਿਹੜੀ ਪੀੜਾ ਸੀ ਝੇਲੀ ਤੁਸੀਂ, ਜਿਹੜੀ ਵੇਦਨਾ ਝੇਲੀ ਜਾਂ ਜਿਹੜਾ ਸੁੱਖ ਦੇ ਪਲ ਝੇਲੇ, ਉਹ ਸੱਚ ਨੇ। ਬਿਲਕੁਲ ਠੀਕ ਹੈ। ਹਾਂਜੀ ਹਾਂਜੀ ਸੋ ਇਤਨੀ ਇੰਪੋਰਟੈਂਸ ਹੈ ਇਸ ਹੋਸ਼ ਦੀ, ਅਲਰਟਨੈਸ ਦੀ, ਅਵੇਅਰਨੈਸ ਦੀ। ਇਸੇ ਨੂੰ ਹੀ ਉਹਨਾਂ ਨੇ ਨਾਮ ਦਿੱਤਾ ਵਿਟਨੈਸ, ਦ੍ਰਸ਼ਟਾ, ਸਾਖੀ ਬਣ ਜਾਣਾ। ਹਾਂਜੀ ਸੋ ਹੈ ਤਾਂ ਚੀਜ਼ ਬਹੁਤ ਲੱਗਦੀ ਕਿ ਮੁਸ਼ਕਿਲ ਆਵੇ ਕਿ ਜਿਸ ਜੀਵਨ ਤੇ ਉੱਪਰ ਅਸੀਂ ਇੰਨਾ ਦਾਰੋ ਮਦਾਰ ਰੱਖਿਆ ਹੋਇਆ, ਡਾਕਟਰ ਦਸਾਂਝ ਆਖੀ ਜਾ ਰਿਹਾ ਕਿ ਉਹ ਹੈ ਹੀ ਨਹੀਂ, ਹੈ ਹੀ ਝੂਠ ਆ, ਇਹਨੂੰ ਐਕਸੈਪਟ ਕਰਨਾ ਤਾਂ ਬਹੁਤ ਮੁਸ਼ਕਿਲ ਆ। ਪਰ ਅਗਰ ਸਾਨੂੰ ਇਸ ਹੋਸ਼ਮਈ ਜੀਵਨ ਦਾ ਤੇ ਬੇਹੋਸ਼ਮਈ ਜੀਵਨ ਦਾ ਸਮਝ ਆ ਜਾਏ ਤੇ ਸਾਨੂੰ ਇਹ ਜੀਵਨ ਦਾ ਸੁਪਨਾ, ਇਹ ਸੰਸਾਰ
ਜਾਂ ਮਾਇਆ ਇਹ ਸੰਸਾਰ, ਇਹਦੀ ਵੀ ਸਮਝ ਆ ਜਾਏਗੀ। ਠੀਕ ਠੀਕ। ਇਹ ਹੁਣ ਮਾਇਆ ਦੇ ਜਿਹੜੇ 3 ਰੂਪ ਆ, ਹਾਂਜੀ, ਰਜੋ ਤਮੋ ਸਤੋ, ਇਹਦੇ ਬਾਰੇ ਵੀ ਜ਼ਰੂਰ ਦੱਸੋ। ਇਹ ਜਿਹੜਾ ਵਿਚਕਾਰ ਪਿਆ ਜੋ ਭਾਸ ਰਿਹਾ, ਹਾਂਜੀ ਜੋ ਕਿ ਹੈ ਨਹੀਂ ਲੇਕਿਨ ਅਪੀਅਰ ਹੋ ਰਿਹਾ, ਹਾਂਜੀ ਉਸ ਨੂੰ ਅਸੀਂ ਮਾਇਆ ਕਹਿੰਦੇ ਆ। ਹਾਂਜੀ ਇਸ ਮਾਇਆ ਦਾ ਜੋ ਬੇਸਿਕ ਰੂਪ ਹੈ ਉਹ ਹੈ ਪ੍ਰਕਿਰਤੀ। ਬੇਸਿਕ ਰੂਪ ਪ੍ਰਕਿਰਤੀ। ਪ੍ਰਕਿਰਤੀ ਠੀਕ ਠੀਕ। ਪ੍ਰਕਿਰਤੀ ਦੇ ਤੁਸੀਂ ਜਾਣਦੇ ਹੀ ਹੋ 5 ਐਲੀਮੈਂਟਸ ਦੀ ਜਿਵੇਂ ਕਿ ਉਹ ਬਣੀ ਹੋਈ ਹੈਗੀ ਆ। ਜੀ ਜੀ। ਤੋ ਇਹ ਜਿਹੜੇ 5 ਐਲੀਮੈਂਟਸ ਨੇ, ਇਹਨਾਂ ਦੀ ਆਪਸ ਵਿੱਚ ਜੋ ਐਕਸ਼ਨ ਹੈ, ਹਾਂਜੀ ਜੋ ਇਹਨਾਂ ਦੀ ਕਿਰਿਆ ਹੈ, ਉਹ 3 ਕੁਆਲਿਟੀਆਂ ਨੇ, ਜਿਨ੍ਹਾਂ ਕਰਕੇ 3 ਗੁਣ ਨੇ, ਜਿਨ੍ਹਾਂ ਕਰਕੇ ਉਹ ਆਪਸ ਵਿੱਚ ਇੰਟਰੈਕਟ ਕਰਦੇ ਨੇ। ਹਾਂਜੀ। ਉਹਨਾਂ ਨੂੰ ਅਸੀਂ ਮਾਡਰਨ ਬੋਲੀ ਦੇ ਵਿੱਚ ਜਿਵੇਂ ਕਿ ਇਲੈਕਟ੍ਰੋਨ ਕਹਿ ਦਿੰਦੇ ਆ, ਹਾਂਜੀ। ਪ੍ਰੋਟੋਨ ਕਹਿ ਦਿੰਦੇ ਆ, ਐਂਡ ਨਿਊਟ੍ਰੋਨ ਕਹਿ ਨਿਊਟ੍ਰੋਨ ਦਿੰਦੇ ਆ। ਕਹਿ ਦੇਣਾ। ਹਾਂਜੀ ਹਾਂਜੀ। ਲੇਕਿਨ ਇਹ ਸਾਨੂੰ ਪੜ੍ਹਾਏ ਗਏ ਇਲੈਕਟ੍ਰੋਨ, ਪ੍ਰੋਟੋਨ, ਨਿਊਟ੍ਰੋਨ, ਲੇਕਿਨ ਭਾਰਤੀ ਦਰਸ਼ਨ ਨੇ ਇਹਨਾਂ ਦੀ ਵਿਆਖਿਆ ਅੱਜ ਤੋਂ ਹਜ਼ਾਰਾਂ ਲੱਖਾਂ ਸਾਲ ਪਹਿਲਾਂ ਕੀਤੀ ਹੋਈ ਹੈਗੀ ਆ ਕਿ ਮਾਇਆ ਤੇ ਪ੍ਰਕਿਰਤੀ ਦੇ ਆ 3 ਗੁਣ ਨੇ। ਉਹਨਾਂ 3 ਗੁਣਾਂ ਨੂੰ ਸਾਡੇ ਇਸ ਭਾਰਤੀ ਦਰਸ਼ਨ, ਸਾਰੇ ਧਰਮ ਦੀ ਦੁਨੀਆ 'ਚ ਆਮ ਤੁਸੀਂ ਆਪ ਵੀ ਵਰਤਿਆ ਲਫ਼ਜ਼, ਹਾਂਜੀ। ਕਿ ਤਮ ਹੈ, ਰਜ ਹੈ, ਸਤ ਹੈ। ਇਹ 3 ਗੁਣ ਨੇ। ਇਹ 3 ਗੁਣ ਪ੍ਰਕਿਰਤੀ ਦੇ ਗੁਣ ਨੇ, ਮਾਇਆ ਦੇ ਗੁਣ ਨੇ। ਪਹਿਲਾਂ ਆਪਾਂ ਗੁਣ ਲੈ ਲਈਏ ਤਮ। ਤਮ, ਹਾਂਜੀ। ਤਮਸ ਇਹ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਲਾਈਫ ਦੀ ਸਟੈਟਿਕਨੈਸ, ਖੜੋਤ, ਇਨਰਸ਼ੀਆ, ਅੱਛਾ। ਡੈਥ, ਰਾਤ, ਠੀਕ। ਚੰਦਰਮਾ, डाउनवर्ड वहाव, शांति, पीसफुल, टिकाऊ है, टिक गए। ਹਾਂਜੀ। एंड अबव ऑल अपने शरीर का ਜਿਹੜਾ ਖੱਬਾ ਪਾਸਾ ਆ ਉਹ ਇਹਦਾ ਪ੍ਰਤੀਕ ਆ। ਅੱਛਾ, ਸਰੀਰ ਦਾ ਖੱਬਾ ਪਾਸਾ ਇਹਦਾ ਪ੍ਰਤੀਕ ਆ। ਤਮ ਦੇ ਵਿੱਚ ਹੀ ਆ ਜਾਂਦੀ ਹੈਗੀ ਆ ਔਰਤ। ਅੱਛਾ ਜੀ। ਔਰਤ ਦਾ ਸੁਭਾਅ ਤਮਸ ਹੀ ਹੈ, ਵੇਟਿੰਗ, ਇੰਤਜ਼ਾਰ ਕਰ ਰਿਹਾ, ਅੱਛਾ ਜੀ। ਖੜੋਤ ਹੈ। ਮਤਲਬ ਕਿ ਜੀਵਨ ਦੀ ਇਨਰਸ਼ੀਆ, ਜੀਵਨ ਦੀ ਖੜੋਤ ਨੂੰ ਅਸੀਂ ਤਮਸ ਕਹਿੰਦੇ ਹਾਂ। ਠੀਕ ਹੈ ਜੀ। ਦੂਸਰੇ ਪਾਸੇ ਹੈ ਰਜਸ। ਹਾਂਜੀ ਹਾਂਜੀ। ਰਜਸ ਇਸ ਮਨੁੱਖੀ ਸਰੀਰ ਦਾ ਸੱਜਾ ਪਾਸਾ ਆ। ਠੀਕ ਹੈ। ਰਜੋ ਗੁਣ ਜਾਂ ਰਜਸ ਮਨੁੱਖੀ ਸਰੀਰ ਦਾ ਸੱਜਾ ਸੱਜਾ ਪਾਸਾ। ਹਾਂਜੀ, ਠੀਕ ਹੈ। ਤਮਸ ਦੇ ਬਿਲਕੁਲ ਵਿਪਰੀਤ। ਹਾਂ, ਬਿਲਕੁਲ ਕਰੈਕਟਰਿਸਟਿਕ ਹੋਣਗੇ ਇਹਦੇ। ਜੇ ਤਮਸ ਖੜੋਤ ਹੈ ਤਾਂ ਰਜਸ ਐਕਸ਼ਨ ਹੈ, ਅੱਛਾ, ਠੀਕ ਠੀਕ। ਐਕਟਿਵਿਟੀ ਹੈ, ਦੌੜ ਹੈ, ਅਗਰੈਸ਼ਨ ਹੈ। ਜੇ ਤਮਸ ਦਾ ਫਲੋ એનર્ਜੀ ਦਾ ਡਾਊਨਵਰਡ ਹੈ ਤੇ ਰਜਸ ਦਾ ਫਲੋ ਅਪਵਰਡ ਹੈ। ਅੱਛਾ ਜੀ। ਜੇ ਪਾਣੀ ਹੇਠਾਂ ਨੂੰ ਵਗਦਾ, ਅਗਨੀ ਉੱਪਰ ਨੂੰ ਵਗਦੀ ਆ। ਹਾਂਜੀ। ਔਰਤ ਵੇਟਿੰਗ ਹੈ, ਇੰਤਜ਼ਾਰ ਕਰਦੀ ਹੈ। ਮਰਦ ਅਗਰੈਸਿਵ ਹੈ, ਦੌੜਾ ਫਿਰਦਾ ਹੈ, ਟਿਕਾਊ ਨਹੀਂ। ਜੀ ਜੀ। ਸੋ ਇਹ ਜਿਹੜੀ ਡਾਇਨਾਮਿਜ਼ਮ ਹੈ, ਦੌੜ ਹੈ, ਕਿਰਿਆ ਹੈ, ਇਹ ਹੈ ਰਜਸ, ਜੀ ਜੀ। ਜਿਹਨੂੰ ਅਸੀਂ ਇਲੈਕਟ੍ਰੋਨ ਵੀ ਕਹਿ ਦਿੰਦੇ ਹਾਂ। ਇਹਨੂੰ ਇਲੈਕਟ੍ਰੋਨ ਵੀ ਕਹਾਂਗੇ। ਇਲੈਕਟ੍ਰੋਨ ਨੈਗੇਟਿਵਲੀ ਚਾਰਜ ਹੁੰਦਾ। ਜੀ ਹਾਂ, ਇਲੈਕਟ੍ਰੋਨ ਨੈਗੇਟਿਵਲੀ ਚਾਰਜਡ ਹੁੰਦਾ। ਉਹ ਦੌੜ 'ਚ ਪਿਆ ਹੈਗਾ ਕਿ ਮੈਨੂੰ ਮੇਰਾ ਪੋਜ਼ਿਟਿਵ ਚਾਰਜ ਮਿਲ ਜਾਵੇ ਹਾਂਜੀ। ਤੇ ਮੈਂ ਉਹਦੇ ਨਾਲ ਜੁਆਇਨ ਕਰਾਂ। ਹਾਂਜੀ, ਹਾਂ, ਬਿਲਕੁਲ ਠੀਕ। ਇਸ ਲਈ ਜਿਹੜੀ ਐਟਮ ਦੀ ਪੈਰੀਫਰੀ ਉੱਪਰ ਇਲੈਕਟ੍ਰੋਨ ਜਿਹੜਾ ਪੈਰੀਫਰੀ ਤੇ ਪਿਆ, ਹਾਂਜੀ, ਉਹੀ ਜਾ ਕੇ ਦੂਸਰੇ ਨੈਗੇਟਿਵ ਫੋਰਸ ਨਾਲ ਜੁਆਇਨ ਕਰਦਾ। ਸੋ ਇਹ ਤਾਂ ਮਨੁੱਖੀ ਸਰੀਰ ਦੇ ਨਾਲ ਅਸੀਂ ਇਹਨਾਂ ਨੂੰ ਲਈਏ। ਹਾਂਜੀ। ਖੱਬਾ ਪਾਸਾ ਤਮਸ ਹੈ,
ਜਾਂ ਕਹਿ ਲਈਏ ਪ੍ਰੋਟੋਨ ਹੈ ਤੇ ਸੱਜਾ ਪਾਸਾ ਇਲੈਕਟ੍ਰੋਨ ਹੈ, ਜਾਂ ਕਹਿ ਲਈਏ ਕਿ ਉਹ ਰਜਸ ਹੈ। ਹਾਂਜੀ, ਬਿਲਕੁਲ ਠੀਕ ਆ। ਜੀਵਨ ਇਹਨਾਂ ਦੋਵਾਂ ਦਾ ਆਪਸੀ ਇੰਟਰਐਕਸ਼ਨ ਹੈ। ਕਿਉਂ ਇਹਨਾਂ ਦੋਵਾਂ ਦਾ ਆਪਸੀ ਇੰਟਰਐਕਸ਼ਨ ਖੜਾ? ਕਿਉਂਕਿ ਇਹ ਦੋਵੇਂ ਗੁਣ ਪ੍ਰਕਿਰਤੀ ਦੇ ਗੁਣ ਨੇ। ਅੱਛਾ ਜੀ, ਬਿਲਕੁਲ ਠੀਕ ਆ। ਤੁਸੀਂ ਚਾਹੇ ਮਾਰਕਸਵਾਦੀ ਬੋਲੀ ਚ ਲੈ ਲਓ ਤੇ ਚਾਹੇ ਭਾਰਤੀ ਦਰਸ਼ਨ ਦੀ ਬੋਲੀ ਚ ਲੈ ਲਓ। ਐਜ਼ ਏ ਮਾਰਕਸ ਅਸੀਂ ਕਹਿੰਦੇ ਹੈਗੇ ਆ ਡਾਇਲੈਕਟਿਕਸ, ਡੁਅਲਿਜ਼ਮ। ਸੰਸਕ੍ਰਿਤ ਜਾਂ ਹਿੰਦੀ ਚ ਕਹਿੰਦੇ ਆ ਦਵੰਦ। ਠੀਕ ਹੈ। ਪੰਜਾਬੀ ਚ ਅਸੀਂ ਉਹਨੂੰ ਦਵੈਤ ਵੀ ਕਹਿੰਦੇ। ਦੁਆਇਤ, ਅੰਗਰੇਜ਼ੀ ਚ ਡੁਅਲਟੀ ਕਹਿ ਦਿੰਦੇ। ਡੁਅਲਿਟੀ ਕਹਿੰਦੇ। ਹਾਂਜੀ, ਠੀਕ ਆ। ਜਦੋਂ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀਗੀ, ਹਾਂਜੀ, ਜੋ ਤੁਸੀਂ ਕਹਿੰਦੇ ਹੈਗੇ ਆ ਕਿ ਦਿਸ ਲਾਈਫ ਇਜ਼ ਦ ਯੂਨਿਟੀ ਆਫ ਟੂ ਆਪੋਜ਼ਿਟ ਐਂਡ ਕੰਟਰਾਡਿਕਟਰੀ ਫੋਰਸਿਸ। ਬਿਲਕੁਲ ਠੀਕ ਆ। ਪਹਿਲੀ ਵਾਰ ਜਦੋਂ ਅਸੀਂ ਨੂੰ ਪੜ੍ਹਦੇ ਆ ਤਾਂ ਧਿਆਨ ਨਹੀਂ ਦਿੰਦੇ, ਹਾਂਜੀ ਹਾਂਜੀ, ਲੇਕਿਨ ਮੈਂ ਇੱਕ ਵਾਰੀ ਇਸ ਦੇ ਉੱਪਰ ਬਹੁਤ ਦੇਰ ਪਹਿਲਾਂ ਥੋੜਾ ਜਿਹਾ ਹੋਸ਼ਮਈ ਹੋਇਆ ਤੇ ਮੈਂ ਦੇਖਿਆ ਯਾਰ ਇਟ ਇਜ਼ ਵੈਰੀ ਕੰਟਰਾਡਿਕਟਰੀ ਸਟੇਟਮੈਂਟ। ਕਿ ਜਿਹੜੇ ਦੋ ਵਿਰੋਧੀ ਫੋਰਸਿਸ ਨੇ ਉਹ ਸਾਨੂੰ ਇਹ ਦੱਸਿਆ ਜਾ ਰਿਹਾ ਕਿ ਦਿਸ ਲਾਈਫ ਇਜ਼ ਅ ਯੂਨਿਟੀ ਆਫ ਟੂ ਆਪੋਜ਼ਿਟ ਫੋਰਸਿਸ। ਉਹ ਟੂ ਆਪੋਜ਼ਿਟ ਫੋਰਸਿਸ ਇਕੱਠੀਆਂ ਕਿੱਦਾਂ ਹੋ ਸਕਦੀਆਂ? ਬਿਲਕੁਲ ਠੀਕ। ਐਂਡ ਲਾਈਫ ਇੱਥੇ ਖੜੀ ਆ। ਏਡੀ ਵੱਡੀ ਮਿਸਟਰੀ, ਏਡਾ ਵੱਡਾ ਪੈਰਾਡੌਕਸ। ਬਿਲਕੁਲ ਠੀਕ ਹੈ। Why life is a mystery? Because it is a unity of two contradictory forces. ਠੀਕ ਠੀਕ। ਉਹ ਦੋਵੇਂ ਇਕੱਠੀਆਂ ਹੁੰਦੀਆਂ ਹਾਂਜੀ ਤਾਂ ਕ੍ਰੀਏਸ਼ਨ ਦਾ ਪ੍ਰੋਸੈਸ ਸ਼ੁਰੂ ਹੁੰਦਾ, ਐਵੋਲੂਸ਼ਨ ਸਟਾਰਟ ਹੁੰਦਾ। ਹਾਂਜੀ ਮੈਂ ਇੱਕ ਲਫ਼ਜ਼ ਵਰਤਿਆ ਸੀ ਪਿਛਲੀ ਵਾਰ ਵੀ, ਹਾਂਜੀ। ਇੰਟੀਮੇਟ ਐਨੀਮੀਜ਼। ਹਾਂ, ਯੈਸ, ਇੰਟੀਮੇਟ ਐਨੀਮੀ। ਠੀਕ। ਸੋ ਦਿਸ ਲਾਈਫ ਇਜ਼ ਏ ਰਹਿਣ ਬਸੇਰਾ ਕਿਹਦਾ? ਦੋ ਇੰਟੀਮੇਟ ਐਨੀਮੀਜ਼ ਦਾ। ਬਿਲਕੁਲ ਠੀਕ ਠੀਕ। ਉਹ ਵੱਖ ਵੀ ਨਹੀਂ ਹੋ ਸਕਦੇ ਤੇ ਇਕੱਠੇ ਵੀ ਨਹੀਂ ਰਹਿ ਸਕਦੇ। ਸੋ ਉਹਨਾਂ ਦੋਵਾਂ ਨੂੰ ਫਿਰ ਕਿਸ ਤਰੀਕੇ ਦੇ ਨਾਲ ਅਸੀਂ ਐਡਜਸਟ ਕਰਦੇ ਹਾਂ, ਕਿਸ ਤਰੀਕੇ ਨਾਲ ਲੈਂਦੇ ਹਾਂ, ਉਹਨਾਂ ਦੋਵਾਂ ਨੂੰ ਲੈਣ ਦਾ ਜੋ ਤਰੀਕਾ ਹੈ ਉਹ ਹੈ ਤੀਸਰਾ ਗੁਣ, ਸਤਵ ਗੁਣ। ਕਿਉਂ? ਜਦੋਂ ਇਹ ਇੰਟੀਮੇਟ ਐਨੀਮੀਜ਼ ਆਪੋ ਵਿੱਚ ਮਿਲਣਗੇ ਤਾਂ ਇਹ ਦੋਵਾਂ ਇੱਕ ਦੂਜੇ ਨੂੰ ਨਿਊਟਰਲਾਈਜ਼ ਕਰ ਦੇਣਗੇ ਤੇ ਇਹਨਾਂ ਦੇ ਵਿਚਕਾਰ ਇੱਕ ਕਾਂਟਾ, ਤਰਾਜੂ ਦੇ ਕਾਂਟੇ ਦੇ ਤਰ੍ਹਾਂ ਜੋ ਸੈਂਟਰ ਦਾ ਸੰਤੁਲਨ ਹੈ, ਹਾਂਜੀ ਹਾਂਜੀ, ਉਹ ਸਤਵ ਗੁਣ ਹੈ। ਨਿਊਟਰੈਲਿਟੀ, ਨਿਊਟਰੋਨ ਸੈਂਟਰ ਚ ਪਿਆ। ਹਾਂਜੀ। ਐਂਡ ਉਹ ਰਜਸ ਤੇ ਤਮ, ਇਲੈਕਟ੍ਰੋਨ ਤੇ ਪ੍ਰੋਟੋਨ ਦਾ ਜੋ ਮਿਡਲ ਪੁਆਇੰਟ ਹੈ, ਤਰਾਜੂ ਦਾ ਜੋ ਕਾਂਟਾ ਹੈ, ਬੈਲੈਂਸ ਕਰਦਾ। ਬਿਲਕੁਲ, ਉਹਨਾਂ ਦੋਵਾਂ ਨੂੰ ਬੈਲੈਂਸ ਕਰ ਲੈਂਦਾ, ਉਹ ਹੈ ਸਤਵ ਗੁਣ। ਆਪਾਂ ਅਜੇ ਹੋਰ ਗੱਲਾਂ ਬਾਤਾਂ ਚੱਲਦੇ ਰਹਿਣੇ ਆਪਣੇ ਐਪੀਸੋਡ। ਹਾਂਜੀ। ਹੌਲੀ ਹੌਲੀ ਇਹਨਾਂ ਦੇ ਕਰੈਕਟਰ ਵੀ ਆਪਾਂ ਐਕਸਪਲੇਨ ਕਰਾਂਗੇ। ਹਾਂਜੀ। ਕਿ ਤਮਸ ਦੇ ਕੀ ਕਰੈਕਟਰ ਨੇ, ਰਜਸ ਦੇ ਕੀ ਕਰੈਕਟਰ ਨੇ, ਹਾਂਜੀ, ਸਤਵ ਦੇ ਕੀ ਕਰੈਕਟਰ ਨੇ। ਹਾਂਜੀ। ਫਿਲਹਾਲ ਆਪਾਂ ਇਹੀ ਰੱਖਦੇ ਆਂ ਕਿ ਇਹ ਤਿੰਨੇ ਗੁਣ, ਹਾਂਜੀ, ਇਹ 'ਚ ਕੋਈ ਸ਼ੱਕ ਨਹੀਂ ਕਿ ਜਦੋਂ ਤੁਸੀਂ ਰਜ ਤੇ ਤਮ ਦਾ ਬੈਲੈਂਸ ਸਾਧ ਲੈਂਦੇ ਹੋ, ਸਤਵ ਗੁਣ ਨੂੰ ਪ੍ਰਾਪਤ ਹੋ ਜਾਂਦੇ ਹੋ, ਤਾਂ ਤੁਹਾਨੂੰ ਇੱਕ ਵੱਖਰੀ ਪ੍ਰਕਾਰ ਦਾ ਗਿਆਨ ਮਿਲਦਾ। ਹਾਂਜੀ ਹਾਂਜੀ, ਵੱਖਰੀ ਪ੍ਰਕਾਰ ਦਾ ਸੁੱਖ ਮਿਲਦਾ। ਹਾਂਜੀ। ਐਂਡ ਸਮਟਾਈਮਸ ਅਸੀਂ ਉਸੇ ਨੂੰ ਸਮਝ ਲੈਂਦੇ ਹੈਗੇ ਆ ਕਿ ਮੈਨੂੰ ਪਰਮਾਤਮਾ ਮਿਲ ਗਿਆ। ਅੱਛਾ ਜੀ, ਠੀਕ ਠੀਕ। ਉਹਦਾ ਸਤਵ ਗੁਣ ਦੀ ਪ੍ਰਾਪਤੀ ਦੇ ਉੱਪਰ ਤੁਹਾਨੂੰ ਸੁੱਖ ਮਿਲਦਾ, ਗਿਆਨ ਮਿਲਦਾ, ਉਹ ਤੁਹਾਨੂੰ ਪਾਇਸ ਹੰਕਾਰ ਵੀ ਦਿੰਦਾ। ਅੱਛਾ ਅੱਛਾ, ਠੀਕ ਠੀਕ। ਨੋ ਡਾਊਟ। ਜਦੋਂ ਤੁਸੀਂ ਰਜਸ ਗੁਣ ਦੇ ਵਿੱਚ ਲੱਗੇ ਹੋਏ ਹੋ, ਦੌੜ 'ਚ ਲੱਗੇ ਹੋਏ ਹੋ, ਰਜਸ ਗੁਣ ਦਾ ਤਾਂ ਲੱਛਣ ਹੈ ਹੀ ਦੁੱਖ ਐਂਡ ਹੰਕਾਰ। ਤਮਸ ਦਾ ਵੀ ਇਹੀ ਹੈਗਾ ਆ, ਅਗਿਆਨਤਾ। ਰਜਸ ਦਾ ਦੌੜ ਭਜਾਈ, ਕਰਮ ਐਂਡ ਹੰਕਾਰ। ਹਾਂਜੀ ਹਾਂਜੀ। ਸਤਵ ਦਾ ਜਿਹੜਾ ਹੈਗਾ ਸੁੱਖ ਐਂਡ ਗਿਆਨ। ਤਿੰਨਾਂ ਦੇ ਵਿੱਚ ਫਰਕ ਸਿਰਫ ਇਹ ਹੈਗਾ ਕਿ ਸਤਵ ਦੇ ਵਿੱਚ ਤੁਹਾਡਾ ਹੰਕਾਰ ਪਾਇਸ ਹੈ, ਦੂਸਰਾ ਹੰਕਾਰ ਨੈਗੇਟਿਵ ਹੈ। ਬਿਲਕੁਲ ਠੀਕ ਹੈ।
ਪਰ ਇਹ ਤਿੰਨ ਦੇ ਤਿੰਨੇ ਗੁਣ ਪ੍ਰਕਿਰਤੀ ਦੇ ਗੁਣ ਨੇ। ਹਾਂਜੀ ਹਾਂਜੀ, ਪ੍ਰਕਿਰਤੀ ਨਾਲ ਵੀ ਨੂੰ ਲਿੰਕ ਕਰ ਦਿਓ ਸਾਡੇ ਦਰਸ਼ਕਾਂ ਲਈ। ਹਾਂਜੀ, ਪ੍ਰਕਿਰਤੀ ਦੇਖੋ ਆਪਾਂ ਨੇ 5 ਐਲੀਮੈਂਟਸ ਨੂੰ ਮੰਨਦੇ ਹਾਂ। ਹਾਂਜੀ, ਸੋ ਪਹਿਲਾ ਐਲੀਮੈਂਟ ਨੂੰ ਅਸੀਂ ਪ੍ਰithvi ਲਿਆ, ਪ੍ਰਿਥਵੀ, ਹਾਂਜੀ। ਦੂਸਰਾ ਐਲੀਮੈਂਟ ਅਸੀਂ ਪਾਣੀ ਲਿਆ, ਜਲ ਲਿਆ। ਤੀਸਰਾ ਅਗਨੀ ਲਿਆ। ਅਗਨੀ। ਚੌਥਾ ਅਸੀਂ ਏਅਰ, ਹਵਾ, ਵਾਯੂ ਲਿਆ। ਵਾਯੂ, ਹਾਂਜੀ। ਐਂਡ ਪੰਜਵਾਂ ਅਸੀਂ ਆਕਾਸ਼ ਲਿਆ। ਹਾਂਜੀ ਹਾਂਜੀ। ਸੋ ਇਹ 5 ਦੇ 5 ਐਲੀਮੈਂਟ ਇਹਨਾਂ ਦੀ ਜਿਹੜਾ ਇੰਟਰੈਕਸ਼ਨ ਹੈਗਾ ਆ, ਹਾਂਜੀ, that is with these 3 ਗੁਣਾਂਸ। ਇਹ 3 ਗੁਣਾਂ ਦੀ ਬਦੌਲਤ ਇਹ 5 ਐਲੀਮੈਂਟ ਆਪਸ ਵਿੱਚ ਇੱਕਮਿਕ ਹੁੰਦੇ ਨੇ। ਮਿੱਟੀ ਪਾਣੀ ਗੁੰਨੀ ਜਾਂਦੀ ਆ, ਅਗਨੀ ਉਹਨੂੰ ਪਕਾ ਕੇ ਭਾਂਡਾ ਬਣਾਉਂਦੀ ਹੈਗੀ ਆ, ਦੂਸਰੀ ਆ ਕੇ ਉਹ ਚ ਪ੍ਰਾਣ ਦੇ ਦਿੰਦੇ ਨੇ। ਇੱਕ ਡਾਕਟਰ ਸਾਹਿਬ ਮੈਂ ਥੋੜਾ ਜਿਹਾ ਪੁੱਛਣਾ ਚਾਹੁੰਦਾ, ਦੇਖੋ ਸਾਡੇ ਭਾਰਤ ਵਿੱਚ ਜਾਂ ਪੂਰੇ ਵਰਲਡ ਵਾਈਜ਼ ਦੇਖਿਆ ਜਾਵੇ, ਜੇ ਇੰਡੀਆ ਪੁਆਇੰਟ ਆਫ ਦੇਖਿਆ ਜਾਵੇ, 3-4 ਮੇਨ ਧਰਮ ਹੈਗੇ, ਉਹ ਵੀ ਆਪਣੇ ਆਪਣੇ ਤਰੀਕੇ ਨਾਲ ਇਹਦੀ ਐਕਸਪਲੇਨੇਸ਼ਨ ਦਿੰਦੇ ਹੈਗੇ ਆ, ਰਜੋ ਸਤੋ ਤਮੋ ਦੀ। ਜੇ ਲੋਕਾਂ ਨੂੰ ਇੰਨਾ ਗਿਆਨ ਹੋ ਜਾਵੇ ਵੀ ਇਹੋ ਮਾਇਆ ਹੈਗੀ ਆ, ਮੈਂ ਇਹਨਾਂ ਗੁਣਾਂ ਨੂੰ ਕਿਵੇਂ ਬੈਲੈਂਸ ਕਰ ਸਕਦਾ ਹੈਗਾ, ਪਰ ਬੈਲੈਂਸ ਕਰਨਾ ਕਿੰਨਾ ਕੁ ਮੁਸ਼ਕਿਲ ਲੱਗਦਾ ਹੈਗਾ? ਦੇਖੋ ਪਰ ਸਾਹਿਬ, ਬੈਲੈਂਸ ਕਰਨਾ ਤਾਂ ਕੋਈ ਮੁਸ਼ਕਿਲ ਨਹੀਂ। ਅੱਛਾ ਜੀ। ਕਿਉਂ ਮੁਸ਼ਕਿਲ ਨਹੀਂ? ਕਿ ਸਭ ਤੋਂ ਪਹਿਲਾਂ ਤਾਂ ਸਾਨੂੰ ਪਤਾ ਨਹੀਂਗਾ ਕਿ ਸਾਡੀ ਹੋਸ਼ ਕੀ ਹੈ ਤੇ ਸਾਡੀ ਬੇਹੋਸ਼ ਕੀ ਹੈ। ਠੀਕ। ਮੂਵਮੈਂਟ, ਚਲੋ ਹੋਸ਼ ਐਂਡ ਬੇਹੋਸ਼ੀ ਦੀ ਆਪਾਂ ਇੱਕ ਬਾਅਦ ਗੱਲ ਕਰਾਂਗੇ। ਮੈਂ ਤੁਹਾਨੂੰ ਇੱਕ ਚੀਜ਼ ਦੀ ਵਿਆਖਿਆ ਕਰਨੀ ਚਾਹੁੰਦਾ ਹਾਂ। ਹਾਂਜੀ। ਉਹ ਹੈ ਕਿ ਆਮ ਲੋਕ ਪੁੱਛਦੇ ਨੇ ਕਿ ਪਰਮਾਤਮਾ ਦੀ ਕੀ ਵਿਆਖਿਆ। ਹਾਂਜੀ। ਪਰਮਾਤਮਾ ਨੂੰ ਅਸੀਂ ਸਤ ਚਿਤ ਆਨੰਦ ਕਿਹਾ, ਸੱਚ ਦਾ ਆਨੰਦ। ਸਤ ਚਿਤ ਆਨੰਦ, ਹਾਂ। ਸੱਚ ਦਾ ਆਨੰਦ ਆਮ ਕਹਦੇ ਤਾਂ ਪਰਮਾਤਮਾ ਸੱਚ ਦਾ ਆਨੰਦ। ਸਤ ਚਿਤ ਆਨੰਦ 3 ਸ਼ਬਦ ਨੇ। ਸਤ ਮੀਨਸ ਕਿ ਉਹ ਆਦਿ ਸ਼ਕਤੀ, ਉਹ ਇਟਰਨਲ ਫੋਰਸ ਜਿਹਦੀ ਕਿ ਇਸ ਯੂਨੀਵਰਸ ਵਿੱਚ ਜਿਹੜੀ ਐਗਜ਼ਿਸਟੈਂਸ, ਜਿਸ ਦੀ ਸੱਤਾ ਹੈ, ਜਿਹੜੀ ਕਿ ਇਸ ਨੂੰ ਚਲਾ ਰਹੀ ਹੈ, ਜਿਹਦਾ ਕਿ ਇੱਕ ਇਟਰਨਲ ਨਿਯਮ ਹੈ, ਜਿਹੜੀ ਕਿ ਸਦੀਵੀ ਹੈ, ਜਿਹਦੀ ਕਿ ਵਿਆਖਿਆ ਨਾਨਕ ਦੇ ਮੂਲ ਮੰਤਰ ਵਿੱਚ ਐਕਸਪਲੇਨੇਸ਼ਨ ਹੋ ਜਾਂਦੀ। ਹਾਂਜੀ। ਉਸ ਦਾ ਨਾਮ ਹੈ ਸੱਚ, ਸਤ। ਦੂਸਰਾ ਹੈ ਚਿੱਤ। ਜਾਂ ਕਹਿ ਲਈਏ ਕਿ ਪ੍ਰਮਾਤਮਾ ਦੀਆਂ ਇਹ ਗੁਣ ਨੇ, ਕੁਆਲਿਟੀਜ਼ ਨੇ, ਜਾਂ ਕਹਿ ਲਈਏ ਕਿ ਉਹਦਾ ਇਹ ਲੱਛਣ ਹੈਗਾ। ਹਾਂਜੀ ਹਾਂਜੀ। ਚਿੱਤ ਹੈ ਹੋਸ਼। ਚਿੱਤ ਹੈਗਾ ਹੋਸ਼, ਚੇਤਨਾ ਜਾਂ ਚਿੱਤ, ਹੋਸ਼। ਕਿਹੜਾ ਸੱਤ ਆ, ਇਹਦਾ ਦੂਸਰਾ ਲੱਛਣ ਹੈਗਾ ਕਿ ਇਹ ਹਮੇਸ਼ਾ ਹੋਸ਼ ਰਹਿੰਦਾ, ਇਹ ਕਦੇ ਬੇਹੋਸ਼ ਹੁੰਦਾ ਹੀ ਨਹੀਂ। ਅੱਛਾ ਅੱਛਾ, ਯੈਸ ਯੈਸ, ਹਾਂ, ਠੀਕ ਠੀਕ। ਤੀਸਰਾ ਉਹਦਾ ਲੱਛਣ ਹੈਗਾ ਆ ਆਨੰਦ। ਹੁਣ ਇੱਕ ਪਾਸੇ ਉਸਦੀ ਸੱਤਾ ਹੈ, ਇਟਰਨਲ ਨਿਯਮ ਦੀ, ਪਰਮ ਨਿਯਮ ਦੀ। ਇੱਕ ਪਾਸੇ ਉਹਦਾ ਆਨੰਦ ਹੈ, ਉਹ ਹਮੇਸ਼ਾ ਆਨੰਦ ਵਿੱਚ ਰਹਿੰਦਾ ਹੈ ਤੇ ਸੱਤਾ ਉਹਦੀ ਆ। ਲੇਕਿਨ ਇਹਨਾਂ ਦੋਵਾਂ ਦੇ ਵਿਚਕਾਰ ਪਿਆ ਚਿੱਤ, ਭਾਵ ਹੋਸ਼। ਪਰਮਾਤਮਾ ਹਮੇਸ਼ਾ ਹੋਸ਼ ਵਿੱਚ ਹੈ। ਕੌਨਸ਼ੀਅਸਨੈਸ ਦਾ ਮਤਲਬ ਹੋਸ਼, ਕਿ ਪਰਮਾਤਮਾ ਹਮੇਸ਼ਾ ਕੌਨਸ਼ੀਅਸ ਹੈ। ਸੋ ਅਗਰ ਮਨੁੱਖ ਇਹ ਵਿਚਕਾਰਲਾ ਸਾਧ ਲਵੇ, ਹੋਸ਼ ਨੂੰ ਸਾਧ ਲਵੇ, ਤਾਂ ਸਤ ਨੂੰ ਵੀ ਪ੍ਰਾਪਤ ਕਰ ਲੇਗਾ ਤੇ ਆਨੰਦ ਨੂੰ ਵੀ ਪ੍ਰਾਪਤ ਕਰ ਲੇਗਾ। That is why this much emphasis is there on consciousness, alertness ਦੇ ਉੱਪਰ ਇਹ ਹੈ। Unfortunately, ਕਿੱਥੇ ਪ੍ਰੋਬਲਮ ਕਿੱਥੇ ਆਈ? ਸਭ ਤੋਂ ਵੱਡੀ ਪ੍ਰੋਬਲਮ ਹੈ ਮਨੁੱਖ ਦੀ ਕੰਡੀਸ਼ਨਿੰਗ ਦੇ ਉੱਪਰ, ਮਨੁੱਖ ਦੇ ਹਿਪਨੋਟਿਜ਼ਮ ਦੇ ਉੱਪਰ, ਮਨੁੱਖ ਦੀ ਮੋਲਡਿੰਗ ਦੇ ਉੱਪਰ। ਪੋਲੀਟੀਕਲ ਸੁਪਰਸਟਰਕਚਰ ਜਿਹੜੀ ਕਿ ਸੋਸਾਇਟੀ ਨੂੰ ਚਲਾਉਂਦੀ ਆ, ਸਮਾਜ ਨੂੰ ਚਲਾਉਂਦੀ ਆ, ਉਹ ਇਤਨੀ ਪਾਵਰਫੁਲ ਹੁੰਦੀ ਆ ਕਿ ਉਹ ਆਪਣੀਆਂ ਸੰਸਥਾਵਾਂ ਖੜੀਆਂ ਕਰਦੀ ਆ। ਉਹਦੀਆਂ ਇਕਨੋਮਿਕ ਆਰਗੇਨਾਈਜੇਸ਼ਨ ਨੇ, ਸੋਸ਼ਲ ਆਰਗੇਨਾਈਜੇਸ਼ਨ ਨੇ, ਕਲਚਰਲ ਆਰਗੇਨਾਈਜੇਸ਼ਨ ਨੇ। ਜਿਹੜੇ ਸਾਡੇ ਸਾਰੇ ਦੇ ਸਾਰੇ ਧਰਮ ਨੇ, ਇਹ ਉਸ ਕਲਚਰਲ ਆਰਗੇਨਾਈਜੇਸ਼ਨ ਦਾ, ਪੋਲੀਟੀਕਲ ਸੁਪਰਸਟਰਕਚਰ ਦਾ ਹਿੱਸਾ ਨੇ।
ਬਾਕੀ ਜੋ ਸਾਡੀਆਂ ਸੋਸ਼ਲ ਸੰਸਥਾਵਾਂ ਨੇ, ਐਗਜ਼ੀਕਿਊਟਿਵ ਹੈ, ਐਜੂਕੇਸ਼ਨ ਸਿਸਟਮ ਹੈ, ਜਿੰਨੀਆਂ ਵੀ ਤੁਸੀਂ ਸੰਸਥਾਵਾਂ ਵਿੱਚ ਹੀ ਬੱਚੇ ਨੂੰ ਲਗਾਉਂਦੇ ਹੋ, ਉਹ ਪੋਲੀਟੀਕਲ ਸੁਪਰਸਟਰਕਚਰ ਦਾ ਦੇਣ ਨੇ। ਇਹਨਾਂ ਸਾਰੀਆਂ ਸੰਸਥਾਵਾਂ ਰਾਹੀਂ ਮਨੁੱਖ ਨੂੰ ਢਾਲਿਆ ਜਾਂਦਾ, ਮਨੁੱਖ ਨੂੰ ਕੰਡੀਸ਼ਨ ਕੀਤਾ ਜਾਂਦਾ, ਬਿਲਕੁਲ ਠੀਕ, ਮਨੁੱਖ ਨੂੰ ਮੋਲਡ ਕੀਤਾ ਜਾਂਦਾ, ਮਨੁੱਖ ਨੂੰ ਇੱਕ ਵੱਖਰੀ ਪ੍ਰਕਾਰ ਦੇ ਆਪੋ ਆਪਣੇ ਤਰੀਕੇ ਦੇ ਸੰਸਕਾਰ ਦਿੱਤੇ ਜਾਂਦੇ ਹੈਗੇ ਆ। ਐਂਡ ਉਹਨਾਂ ਸੰਸਕਾਰਾਂ ਵਿੱਚੋਂ ਨਿਕਲਦਾ ਕੀ ਹੈ? ਬੇਹੋਸ਼ ਮਨੁੱਖ। ਠੀਕ ਠੀਕ। ਹੁਣ ਅਸੀਂ ਅੱਜ ਕੱਲ ਦੇ ਜ਼ਮਾਨੇ 'ਚ ਦੇਖ ਲਈਏ, ਅਜੇ ਬੱਚਾ ਪਾਇਆ ਤਾਂ ਹੁੰਦਾ ਨਰਸਰੀ ਵਿੱਚ ਤੇ ਆ LKG ਵਿੱਚ, ਉਦੋਂ ਹੀ ਸ਼ੁਰੂ ਹੋ ਜਾਂਦਾ ਤੂੰ ਕਲਾਸ 'ਚੋਂ ਫਸਟ ਆਉਣਾ, ਖੇਡਾਂ 'ਚ ਫਸਟ ਆਉਣਾ, ਸਟੇਜ ਤੇ ਡਰਾਮਾ ਕਰੇਗਾ, ਬੈਸਟ ਐਕਟਿੰਗ ਦਾ ਅਵਾਰਡ ਲੈਣਾ, ਤੂੰ ਕੁਝ ਬਣ ਕੇ ਦਿਖਾਉਣਾ, ਤੂੰ ਮਾਂ ਬਾਪ ਦਾ ਨਾਮ ਰੋਸ਼ਨ ਕਰਨਾ। ਸ਼ੁਰੂ ਹੋ ਗਿਆ ਨਾ, ਹੋ ਗਿਆ। ਯੂਨੀਵਰਸਿਟੀ ਪਹੁੰਚ ਜਾਂਦਾ, ਪ੍ਰੋਫੈਸ਼ਨਲ ਕਾਲਜ ਪਹੁੰਚ ਜਾਂਦਾ, ਡਿਗਰੀ ਲੈ ਕੇ ਨਿਕਲ ਆਉਂਦਾ ਆ, ਐਗਜ਼ਾਮੀਨੇਸ਼ਨ ਹੀ ਪਾਸ ਕਰ ਲੈਂਦਾ ਹੈਗਾ ਆ, ਪਰ ਬੇਹੋਸ਼ੀ ਵਿੱਚ ਇਤਨੀ ਜ਼ਬਰਦਸਤ ਉਸਦੀ ਕੰਡੀਸ਼ਨ ਕਰਤੀ ਜਾਂਦੀ ਹੈਗੀ ਆ ਕਿ ਉਹਨੂੰ ਆਖਰੀ ਦਮ ਤੱਕ ਸਮਝ ਹੀ ਨਹੀਂ ਪੈਂਦਾ ਕਿ ਮੇਰੀ ਆਪਣੀ ਇੰਡੀਵਿਜੂਅਲਿਟੀ ਕੀ ਸੀ, ਮੇਰਾ ਆਪਣਾ ਗੁਣ ਧਰਮ ਕੀ ਹੈ, ਮੇਰਾ ਆਪਣਾ ਸਵੈ ਧਰਮ ਕੀ ਹੈ, ਮੈਨੂੰ ਪਰਮਾਤਮਾ ਨੇ ਇਸ ਧਰਤੀ ਉੱਪਰ ਕਿਹੜਾ ਕੇਂਦਰ ਦੇ ਕੇ ਭੇਜਿਆ। ਭੁਲਾਤਾ ਨਾ ਉਸਨੂੰ ਇਸ ਤਰੀਕੇ ਨਾਲ ਕੰਡੀਸ਼ਨ ਕਰ ਦਿੱਤਾ ਕਿ ਉਹਨੂੰ ਸਿਰਫ ਪ੍ਰਕਿਰਤੀ ਦੇ ਦੋ ਅੰਗ ਜਿਹੜੇ ਨੇ, ਮਨ ਤੇ ਸਰੀਰ, ਇਹ ਪ੍ਰਕਿਰਤੀ ਦੇ ਤੱਤਾਂ ਵਿੱਚੋਂ ਬਣਦੇ ਨਾ, ਸਮਝ ਗਿਆ। ਇਹ ਮਨ ਤੇ ਸਰੀਰ ਨੇ ਘੇਰਿਆ ਹੋਇਆ ਉਸਦੇ ਇਨਰ ਨੂੰ, ਸੈਂਟਰ ਨੂੰ, ਜਿਹਨੂੰ ਨਾਨਕ ਸਵਭੰਗ ਕਹਿੰਦੇ ਨੇ, ਸੈਲਫ ਲੂਮੀਨਸ ਸੋਰਸ। ਸੈਲਫ ਲੂਮੀਨਸ ਸੋਰਸ ਜਿਹਨੂੰ ਮੈਂ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਣਾਮ ਕੀਤਾ ਸੀਗਾ, ਜਿਹੜਾ ਕਿ ਸਦੀਵੀ ਹੈ, ਮਨੁੱਖ ਦੇ ਜੰਮਣ ਤੋਂ ਹੀ ਪਹਿਲਾਂ ਆ, ਮਰਨ ਤੋਂ ਹੀ ਬਾਅਦ ਵੀ ਰਹਿਣਾ ਤੇ ਹੁਣ ਵੀ ਹੈ, ਉਹਦੇ ਕਾਰਨ ਹੀ ਸਾਰਾ ਕੁਝ ਚੱਲ ਰਿਹਾ। ਉਸ ਨੂੰ ਭੁਲਾ ਦੇਣਾ ਤੇ ਮਨੁੱਖ ਨੂੰ ਮਨ ਐਂਡ ਬੁੱਧੀ ਤੱਕ ਸੀਮਿਤ ਕਰ ਦੇਣਾ ਤੇ ਸਰੀਰ ਤੱਕ ਸੀਮਿਤ ਕਰ ਦੇਣਾ, ਇਹ ਇਸ ਕਲਚਰਲ ਕੰਡੀਸ਼ਨਿੰਗ ਦੀ ਸਮਾਜ ਨੂੰ ਦੇਣ ਆ। ਇਸੇ ਨੂੰ ਹੀ ਅਸੀਂ ਬੇਹੋਸ਼ੀ ਕਹਿੰਦੇ ਆ। ਇਹ ਬੇਹੋਸ਼ੀ ਐਡੀ ਪਾਵਰਫੁਲ ਹੈ। ਅਵਲ ਮਨੁੱਖ ਨੂੰ ਬੁੱਧੀ ਤਾਂ ਹੈ ਹੀ ਹੈ, ਰੈਸ਼ਨੈਲਿਟੀ ਮਨੁੱਖ ਨੂੰ ਦੇਤੀ, ਬੁੱਧੀ ਦੇਤੀ, ਉਹ ਆਪਣੀ ਬੁੱਧੀ ਐਂਡ ਰੈਸ਼ਨੈਲਿਟੀ ਨਾਲ ਇਸ ਬੇਹੋਸ਼ੀ ਨੂੰ ਹੀ ਰੈਸ਼ਨਲਾਈਜ਼ ਕਰ ਰਿਹਾ। ਕਿ ਇਹ ਜਿਹੜੇ ਲੋਕ ਅਧਿਆਤਮ ਨਿਕੇਤਨ ਵਾਲੋਂ ਜਾਂ ਕੋਈ ਹੋਰ ਵੀ ਇਹੋ ਜਿਹੇ ਕੋਈ ਗਲਤ ਕਰਦੇ ਨੇ, ਉਹਨਾਂ ਨੂੰ ਲੋਕੀ ਸਾਬਤ ਕਹਿੰਦੇ ਗਲਤ ਆ ਇਹ, ਪਰ ਜੋ ਹੈ ਬੇਹੋਸ਼ੀ ਵੀ ਹੈ, ਹੋਸ਼ ਵੀ ਹੈ। ਬੇਹੋਸ਼ੀ ਤੋਂ ਪੀੜਤ ਪ੍ਰਾਣੀ ਵੀ ਹਨ, ਹੋਸ਼ ਤੋਂ ਜਾਗਰਤ ਵੀ ਪ੍ਰਾਣੀ ਹਨ। ਸੋ ਡਾਕਟਰ ਸਾਹਿਬ, ਲਾਸਟ 2 ਮਿੰਟ ਰਹਿ ਗਏ ਸਾਡੇ। ਇੱਕ ਮੈਂ ਸਵਾਲ ਹੋਰ ਪੁੱਛਣਾ ਚਾਹੁੰਦਾ ਕਾਮਨ ਮੈਨ ਪੁਆਇੰਟ ਆਫ ਵਿਊ ਨਾਲ। ਇਹ ਆਮ ਤੌਰ ਤੇ ਆਮ ਲੋਕੀ ਕਹਿੰਦੇ ਆ ਵੀ ਪਰਮਾਤਮਾ ਦੇ ਹਿਊਮਨ ਇਨਸਾਨ ਵਿੱਚ ਮਾਇਆ ਇੱਕ ਆਈਓ ਹੈਗੀ ਹੈ, ਮਾਇਆ ਨੂੰ ਪਰੇ ਕਰਕੇ ਪਰਮਾਤਮਾ ਨੂੰ ਕਿਵੇਂ ਮਿਲਿਆ ਜਾਵੇ? ਮਾਇਆ ਦੀ ਆਪਾਂ ਵਿਆਖਿਆ ਪਹਿਲਾਂ ਕੀਤੀ, ਹਾਂਜੀ, ਐਂਡ ਇਹਦੇ ਨਾਲ ਸਾਨੂੰ ਸਮਝ ਆ ਗਈ ਕਿ ਸਾਡਾ ਸਰੀਰ, ਇਹ ਮਨ ਤੇ ਬੁੱਧੀ, ਹਾਂਜੀ, ਤੇ ਸਰੀਰ, ਇਸ ਪ੍ਰਕਿਰਤੀ ਦੇ ਤੇ 3 ਗੁਣ ਜਿਹੜੀ ਹੈਗੀ ਆ ਮਾਇਆ ਹੈ, ਹਾਂਜੀ ਹਾਂਜੀ, ਇਹ ਉੱਥੋਂ ਤੱਕ ਸੀਮਤ ਆ। ਹਾਂਜੀ, ਪਹਿਲਾਂ ਸਾਨੂੰ ਇਹ ਚੀਜ਼ ਦਾ ਪੂਰੀ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ। ਹਾਂਜੀ। ਦੂਸਰੀ ਗੱਲ ਬਾਤ ਕਿ ਜੋ ਚੀਜ਼ ਆਪਾਂ ਸਚਿਤ ਆਨੰਦ ਦੀ ਗੱਲ ਕੀਤੀ ਹੈਗੀ ਆ, ਹਾਂਜੀ, ਉਹ ਚਿੱਤ ਨੂੰ ਕਿੱਦਾਂ ਪੈਦਾ ਕਰੀਏ? ਹਾਂਜੀ, ਜਦੋਂ ਚਿੱਤ ਪੈਦਾ ਹੋ ਗਿਆ, ਹੋਸ਼ ਨਾਲ ਚਿੱਤ ਪੈਦਾ ਹੋਏਗਾ, ਹੋਸ਼ ਨਾਲ ਚਿੱਤ ਪੈਦਾ ਹੋਏਗਾ। ਬਿਲਕੁਲ ਠੀਕ। ਸਾਖੀ ਬਣਨਾ ਚਿੱਤ ਪੈਦਾ ਹੋਵੇਗਾ, ਦ੍ਰਸ਼ਟਾ ਬਣਨਾ ਚਿੱਤ ਪੈਦਾ ਹੋਏਗਾ। ਸੋ ਮੇਨ ਐਮਫੈਸਿਸ ਅਧਿਆਤਮ ਦੀ ਦੁਨੀਆ ਦਾ ਇੱਕੋ ਪੁਆਇੰਟ ਤੇ ਹੈ, ਸਾਖੀ ਭਾਵ, ਦ੍ਰਸ਼ਟਾ, ਹਾਂਜੀ, ਵਿਟਨੈਸ। ਇਹਨੂੰ ਥੋੜਾ ਜਿਹਾ ਐਕਸਪਲੇਨ ਕਰੋ ਸਿੰਪਲ ਲਫ਼ਜ਼ਾਂ ਵਿੱਚ। ਸਿੰਪਲ ਲਫ਼ਜ਼ਾਂ ਵਿੱਚ ਇਹਨੂੰ ਮੈਂ ਇਹੀ ਕਹਾਂਗਾ ਕਿ ਮੰਨ ਲਓ ਕਿ ਹੋਰ ਗਹਿਰਾ ਚੱਲ ਜਾਏਗੀ ਗੱਲਬਾਤ, ਕੋਈ ਗੱਲ ਨਹੀਂ, 2 ਮਿੰਟ ਲਾ ਲਓ। ਕਿਉਂਕਿ ਇਹ ਸਰੀਰ ਤੱਕ ਇੰਸਟਰੂਮੈਂਟ ਹੈ। ਹਾਂਜੀ, ਇਹ ਇੰਦਰੀਆਂ ਇੰਸਟਰੂਮੈਂਟ ਨੇ। ਬਿਲਕੁਲ ਠੀਕ ਹੈ। ਇਹਦਾ ਮੈਨੇਜਰ ਕੌਣ ਆ? ਇਹ ਸਰੀਰ ਦਾ ਮਨ ਮਨ ਮੈਨੇਜਰ ਹੈ। ਬਿਲਕੁਲ ਠੀਕ ਹੈ।
ਮਨ ਦੇ ਵਿੱਚ ਵਾਸਨਾ ਉੱਠਦੀ ਆ, ਹਾਂਜੀ ਵਿਚਾਰ ਉੱਠਦਾ ਆ, ਭਾਵ ਉੱਠਦਾ ਆ, ਐਂਡ ਉਹਦੀ ਮੈਨੀਫੈਸਟੇਸ਼ਨ ਇਹ ਸਰੀਰ ਤੇ ਇੰਦਰੀਆਂ ਨਾਲ ਹੁੰਦੀ ਹੈ, ਐਂਡ ਉਹ ਸਮਾਜ ਵਿੱਚ ਸਾਨੂੰ ਸਾਹਮਣੇ ਦੱਸਦਾ ਹੈਗਾ। ਹਾਂਜੀ ਹਾਂਜੀ ਠੀਕ। ਲੇਕਿਨ ਇਹ ਸਰੀਰ ਵੀ, ਇਹ ਇੰਦਰੀਆਂ ਵੀ, ਜਿਹਨੂੰ ਮੈਂ ਮੈਨੇਜਰ ਕਿਹਾ, ਇਹਨਾਂ ਨੂੰ ਕੋਈ ਨਾ ਕੋਈ ਤਾਂ ਭਾੜਾ ਦਿੰਦਾ, ਕੋਈ ਨਾ ਕੋਈ ਇਹਨਾਂ ਨੂੰ ਖੁਰਾਕ ਦਿੰਦਾ, ਕੋਈ ਨਾ ਕੋਈ ਇਹਨਾਂ ਨੂੰ એનર્ਜੀ ਸਪਲਾਈ ਕਰਦਾ। ਉਹ એનર્ਜੀ ਜਿਹੜੀ ਹੈਗੀ ਆ ਉਹ ਉਹੀ ਸਵੈਭੰਗ ਹੈ, ਕੌਨਸ਼ੀਅਸਨੈਸ ਹੈ, ਅੱਛਾ ਚੇਤਨਾ ਹੈ। ਚੇतना इतनी लिबरल है क्योंकि सब जगह आ मूवमेंट के मन ਦੇ ਵਿੱਚ ਇੱਕ ਵਾਸਨਾ ਉੱਠੀ ਕਿ ਮੈਂ ਪੂਰੀ ਕਰਨੀ ਆ, ਤੇ ਇਹੀ ਚੇਤਨਾ ਉਹਦੇ ਪਿੱਛੇ ਆਣ ਖੜਦੀ ਹੈਗੀ ਆ, ਚੱਲ ਕਰ ਪੂਰੀ। ਅਸੀਂ ਇਤਨੇ ਬੇਹੋਸ਼ ਹੈਗੇ ਆ ਕਿ ਸੋਚਦੇ ਪੱਕਦੇ ਨਹੀਂ ਕਿ ਕੀ ਪੂਰਾ ਕਰਨ ਚੱਲੇ ਆ, ਕੀ ਮੰਨਣ ਚੱਲੇ ਆ। ਅਸੀਂ ਉਸੇ ਵਕਤ ਹੀ ਆਊਟ ਆਫ ਅਨਕੌਂਸ਼ੀਅਸਨੈਸ ਉਹ ਕਿਰਿਆ ਕਰਮ ਕਰਦੇ ਆ। ਅਗਰ ਇਸ ਚੀਜ਼ ਦੀ ਸਮਝ ਆ ਜਾਏ ਮਨੁੱਖ ਨੂੰ ਕਿ ਮੈਂ ਸਰੀਰ ਨਹੀਂ, ਮੈਂ ਇਹ ਮਨ ਵੀ ਨਹੀਂ, ਮਨ ਤਾਂ ਮੈਨੇਜਰ ਆ, ਇਹ ਮਸ਼ੀਨ ਨੂੰ ਚਲਾਉਣ ਵਾਲਾ, ਆ ਵਰਕਰ ਨੇ ਪੰਜ ਇੰਦਰੀਆਂ, ਇਹਨਾਂ ਨੇ ਕੀ ਲੈਣਾ ਦੇਣਾ ਭਾਵ ਤੋਂ ਜਾਂ ਕਿਸੇ ਹੋਰ ਚੀਜ਼ ਤੋਂ। ਹਾਂਜੀ ਹਾਂਜੀ। ਲੇਕਿਨ ਪਿੱਛੇ ਜਿਹੜਾ ਮਾਲਕ ਹੈ, ਜਿਹੜਾ ਇਹਨਾਂ ਨੂੰ એનર્ਜੀ ਸਪਲਾਈ ਕਰ ਰਿਹਾ, ਉਹ ਤਾਂ ਹੈ ਨਾ। ਜਦੋਂ ਤੁਸੀਂ ਮੂਵਮੈਂਟ, you become capable to watch your body and mind, ਉਹ ਸਾਹ ਵੀ ਆ ਰਿਹਾ। ਸੋ ਜਦੋਂ ਅਸੀਂ ਸਰੀਰ ਨੂੰ ਦੇਖ ਲਿਆ, ਆਪਣੇ ਸਵਾਸ ਨੂੰ ਦੇਖ ਲਿਆ, ਆਪਣੇ ਮਾਈਂਡ ਨੂੰ ਦੇਖ ਲਿਆ, ਹਾਂਜੀ, ਤਾਂ ਉਸੇ ਵਕਤ ਹੀ ਉਹ ਕੌਨਸ਼ੀਅਸਨੈਸ ਇਸ ਤੋਂ ਵੱਖ ਹੋ ਜਾਏਗੀ। ਬਹੁਤ ਅੱਛੀ। ਉਹਦਾ ਦੇਖਣ ਵਾਲਾ ਹੈ, ਉਹ ਦ੍ਰਸ਼ਟਾ ਹੈ, ਉਹ ਸਾਖੀ ਹੈ। ਉਹ ਦੇਖ ਰਿਹਾ ਕਿ ਕਿਸ ਤਰੀਕੇ ਨਾਲ ਮਾਈਂਡ ਦੇ ਵਿੱਚ ਡਿਜ਼ਾਇਰਸ ਦੀਆਂ ਵੇਵ ਉੱਠ ਰਹੀਆਂ ਨੇ, ਕਿਸ ਤਰੀਕੇ ਨਾਲ ਹੁਣ ਇਹ ਮਨ ਇਹ ਸਰੀਰ ਦੇ ਰਾਹੀਂ ਇਹ ਭੋਗਣ ਦੀ ਕਿਰਿਆ ਵਿੱਚ ਹੈ। ਲੇਕਿਨ ਅਗਰ ਉਹ ਦ੍ਰਸ਼ਟਾ ਦੇਖ ਲਵੇ ਤਾਂ ਉਸੇ ਵਕਤ ਹੀ ਕੌਨਸ਼ੀਅਸਨੈਸ ਦੀ ਸਪਲਾਈ ਬੰਦ ਹੋ ਜਾਏਗੀ ਮਨ ਨੂੰ। ਬਿਲਕੁਲ ਠੀਕ ਠੀਕ। ਤੀਰ ਜਿਹੜਾ ਕਮਾਨ ਵਿੱਚੋਂ ਨਹੀਂ ਨਿਕਲੇਗਾ, ਕੌਨਸ਼ੀਅਸਨੈਸ ਪਿੱਛੇ ਆ ਜਾਏਗੀ। ਸੋ ਇਸ ਤਰੀਕੇ ਦੇ ਨਾਲ ਇਹ ਇੱਕ ਅਭਿਆਸ ਹੈ ਟੂ ਸੈਪਰੇਟ ਯੂਰ ਕੌਨਸ਼ੀਅਸਨੈਸ ਫਰੋਮ ਯੂਰ ਬੋਡੀ ਐਂਡ ਮਾਈਂਡ। ਇਟ ਕਮਸ ਵਿਦ ਐਕਸਪੀਰੀਅੰਸ ਐਕਸਪੀਰੀਅੰਸ ਐਕਸਪੀਰੀਅੰਸ। ਉਸ ਨੂੰ ਨਿੱਕੀ ਨਿੱਕੀ ਚੀਜ਼ ਤੋਂ ਵੀ ਕੋਈ ਖਾਸ ਮਿਹਨਤ ਨਹੀਂ ਕਰਨੀ ਪੈਂਦੀ। ਤੁਸੀਂ ਨਿੱਕੀ ਨਿੱਕੀ ਚੀਜ਼ ਤੋਂ ਸ਼ੁਰੂ ਕਰ ਦਿਓ। ਚਾਹ ਪੀ ਰਹੇ ਹੋ, ਅੱਖ ਬੰਦ ਕਰਕੇ ਮਾੜਾ ਦੇਖੋ ਕਿ ਸਰੀਰ ਚਾਹ ਪੀ ਰਿਹਾ, ਕੌਣ ਦੇਖ ਰਿਹਾ? ਹਾਂਜੀ, ਆਪਣੀ ਯੋਗ ਦੇ ਵਿੱਚ ਸ਼ਵ ਆਸਨ ਕਿੱਡਾ ਬਿਊਟੀਫੁਲ ਆਸਨ ਹੈ। ਬਿਊਟੀਫੁਲ। ਹਾਂਜੀ ਹਾਂਜੀ। ਕੋਈ ਥੱਲੇ ਪਿਆ, ਤੁਸੀਂ ਸਿਰ ਤੋਂ ਲੈ ਕੇ ਪੈਰਾਂ ਤੱਕ ਆਪਣੇ ਸਰੀਰ ਨੂੰ ਦੇਖ ਰਹੇ ਹੋ। ਇੱਕ ਮਨ ਚ ਖਿਆਲ ਆ ਜਾਏ, ਯਾਰ ਕੌਣ ਦੇਖ ਰਿਹਾ? ਆ ਮੇਰੀਆਂ ਮੁੱਛਾਂ, ਦਾੜੀ, ਪੈਰ, ਹੱਥ ਪੈਰ ਸਾਰੇ ਮੇਰੇ ਸਾਹਮਣੇ, ਮੈਂ ਅੱਖਾਂ ਬੰਦ ਕੀਤੀਆਂ ਆ, ਮੈਂ ਦੇਖ ਰਿਹਾ, ਕੌਣ ਦੇਖ ਰਿਹਾ? ਲਓ, ਇੰਨੀ ਚੀਜ਼ ਨਾਲ ਹੀ ਚਲੋ ਤੁਸੀਂ ਇਸ ਸਰੀਰ ਤੋਂ ਵੱਖ ਹੋ ਜਾਓਗੇ, ਬਹੁਤ ਅੱਛੀ ਗੱਲ, ਹੋਸ਼ਮੰਦ ਹੋ ਜਾਓਗੇ। ਬਟ ਅਨਫੋਰਚੂਨੇਟਲੀ ਅਸੀਂ ਸ਼ਵ ਆਸਨ ਵਿੱਚ ਵੀ ਸੈਪਰੇਟ ਨਹੀਂ ਹੁੰਦੇ। ਚਲੋ ਡਾਕਟਰ ਸਾਹਿਬ, ਅੱਜ ਦੇ ਐਪੀਸੋਡ ਤਾਂ ਇੰਨੀ ਗੱਲ ਕਰਦੇ ਆਂ। ਅਗਲੇ ਐਪੀਸੋਡ 'ਚ ਦਰਸ਼ਕੋ ਇੱਥੋਂ ਅੱਗੇ ਕੰਟੀਨਿਊ ਕਰਾਂਗੇ। ਮੈਨੂੰ ਉਮੀਦ ਆ ਤੁਸੀਂ ਡਾਕਟਰ ਸਾਹਿਬ ਨੇ ਬਹੁਤ ਸਿੰਪਲ ਆਮ ਭਾਸ਼ਾ ਵਿੱਚ ਇਹ ਗੱਲਾਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਸਾਡੇ ਪ੍ਰੋਗਰਾਮ 'ਚ ਫੀਡਬੈਕ ਜ਼ਰੂਰ ਦੇਣਾ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਾ। ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਜੁੜੇ, बहुत बहुत मेहरबानी, धन्यवाद, थैंक यू वेरी मच सर। एक बार फिर आप सबके भीतर स्वयं प्रकाशमान ज्योत को मेरा प्रणाम। थैंक यू सर, थैंक यू।